क्या समय पर बुलाया जाएगा या आगे, बिल्कुल। है ना, कहेगी तो साथ में गवर्नमेंट गवर्नमेंट अगर कहेगी कि डिले थोड़ा करना सा चाहे कर दो, जल्दी हाँ। करना नहीं चाहे बाद जल्दी में करना कि डिले। वैसे वैसे सर मतलब कराने का इंतजाम आपने करना। हाँ वो वैसे एक चीज़ तो है, सोशल डिस्टेंसिंग तो पंजाब और हरियाणा की जेकर गल करिए तो पंजाब और हरियाणा ਦੇ ਵਿੱਚ 60-40 ਦੀ ਰੇਸ਼ੋ ਹੈ, ਕਿਉਂਕਿ ਜਦੋਂ ਬਟਵਾਰਾ ਹੋਇਆ ਸੀ, ਜਦੋਂ ਹਰਿਆਣਾ ਬਣਿਆ ਸੀ ਤਾਂ ਉਸ ਸਮਾਂ 60-40 ਦੀ ਰੇਸ਼ੋ ਜਿਹੜੀ ਹੈ ਨਿਰਧਾਰਿਤ ਕਰ ਦਿੱਤੀ ਗਈ ਸੀ। 60% ਹਿੱਸਾ ਜਿੰਨੇ ਵੀ ਸਰਕਾਰੀ ਇਮਾਰਤਾਂ ਕਹਿ ਲਓ ਜਾਂ ਫਿਰ ਨੌਕਰੀ ਦੇ ਵਿੱਚ ਜਿਹੜੀ ਪਰਸੈਂਟੇਜ ਹੈ ਉਸ ਦੀ ਗੱਲ ਕਰ ਲਓ, 60% ਹਿੱਸਾ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਕੋਲ ਹੈ, 40% ਹਿੱਸਾ ਜਿਹੜਾ ਹੈ ਉਹ ਹਰਿਆਣੇ ਦੇ ਕੋਲ ਹੈ। ਲੇਕਿਨ ਹਜੇ ਹਰਿਆਣਾ ਇਹ ਕਹਿੰਦਾ ਨਜ਼ਰ ਆ ਰਿਹਾ ਕਿ ਸਾਡਾ ਜਿਹੜਾ 40% ਹਿੱਸਾ ਹੈ ਉਹਦੇ ਵਿੱਚ ਵੀ ਪੰਜਾਬ ਨੇ ਸਾਡੇ ਨਾਲ ਵਿਤਕਰਾ ਕੀਤਾ, ਸਾਨੂੰ ਪ੍ਰੋਪਰ 40% ਹਿੱਸਾ ਜਿਹੜਾ ਨਹੀਂ ਮੁਹੱਈਆ ਕਰਾਇਆ ਗਿਆ। ਔਰ ਇਹ ਗੱਲ ਹੈ ਜਿਹੜੀ ਵਿਧਾਨ ਸਭਾ ਹੈ ਪੰਜਾਬ ਔਰ ਹਰਿਆਣਾ ਦੀ ਵਿਧਾਨ ਸਭਾ ਦੀ ਬਿਲਡਿੰਗ ਇੱਕ ਹੀ ਹੈ ਔਰ ਇਸ ਬਿਲਡਿੰਗ ਦੇ ਵਿੱਚ ਵੀ 60-40 ਦੀ ਰੇਸ਼ੋ ਦਾ ਅਨੁਪਾਤ ਹੈ, ਲੇਕਿਨ ਇੱਥੇ ਵੀ ਹਰਿਆਣਾ ਦਾ ਕਹਿਣਾ ਹੈ ਕਿ ਸਾਨੂੰ 40% ਹਿੱਸਾ ਨਹੀਂ ਮਿਲਿਆ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਸਾਡੇ ਨਾਲ ਨੇ, ਗੱਲਬਾਤ ਕਰਨੀ ਹੈ। ਸਰ, ਤੁਸੀਂ ਪਹਿਲਾਂ ਇੱਕ ਮੁੱਦਾ ਚੱਕਿਆ ਸੀ, ਕੁਝ ਦਿਨ ਪਹਿਲਾਂ ਇੱਕ ਲੈਟਰ ਵੀ ਲਿਖਿਆ ਤੁਸੀਂ ਪੰਜਾਬ ਦੇ ਸਪੀਕਰ ਨੂੰ ਕਿ 60-40 ਦੇ ਅਨੁਪਾਤ ਨਾਲ ਤੁਹਾਨੂੰ ਤੁਹਾਡਾ ਬਣਦਾ ਹਿੱਸਾ ਦਿੱਤਾ ਜਾਏ। ਅੱਜ ਪੰਜਾਬ ਦੇ ਜਿਹੜੇ ਸਪੀਕਰ ਨੇ ਐਨਬੀ ਨਿਊਜ਼ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ, ਉਹ ਕਹਿੰਦੇ ਕਿ ਆਪਾਂ ਮੇਜਰਮੈਂਟ ਕਰਾ ਲਿੱਤੀ ਹੈ ਸਾਰੀ, ਤੇ ਇੱਕ ਵੀ ਇੰਚ ਜਿਹੜਾ ਉਹ ਹਰਿਆਣੇ ਦਾ ਸਾਡੇ ਕੋਲ ਨਹੀਂ ਹੈ, ਜੇਕਰ ਹੁੰਦਾ ਤੇ ਆਪਾਂ ਦੇ ਦਿੰਦੇ, ਕੋਈ ਹੈ ਹੀ ਨਹੀਂ। ਕਿਆ ਤੁਹਾਡੇ ਨੌਲੇਜ ਦੇ ਵਿੱਚ ਹੈ ਕਿੱਦਾਂ ਮੇਜਰਮੈਂਟ ਹੋਈ ਹੈ, ਕਿਸ ਨੇ ਕੀਤੀ ਹੈ, ਅਧਿਕਾਰੀ ਕਿਆ ਹਰਿਆਣੇ ਦੇ ਉਹਦੇ ਵਿੱਚ ਸ਼ਾਮਲ ਹੋਏ ਸੀ ਜਾਂ ਨਹੀਂ? ਦੇਖੋ ਗੱਲ ਇਹ ਹੈ ਕਿ ਅੱਜ ਤੋਂ ਲਗਭਗ 6 ਮਹੀਨੇ ਪਹਿਲਾਂ ਮੈਂ ਪੰਜਾਬ ਦੇ ਆਦਰਨੀय ਸਪੀਕਰ ਸਾਹਿਬ ਨੂੰ ਮਿਲਿਆ ਸੀ ਤੇ ਉਹਨਾਂ ਨੂੰ ਲਿਖ ਕੇ ਬੇਨਤੀ ਕੀਤੀ ਸੀ ਕਿ ਸਾਡਾ ਜਿਹੜਾ 1/3 ਹਿੱਸਾ, 1/3 ਹਿੱਸਾ ਜਿਹੜਾ ਹੈਗਾ ਜਗ੍ਹਾ ਜਿਹੜੀ ਵਿਧਾਨ ਸਭਾ ਦੀ ਹੈਗੀ ਉਹ ਹਾਲੇ ਵੀ ਪੰਜਾਬ ਕੋਲ ਹੈਗੀ। ਰੀਆਰਗੇਨਾਈਜੇਸ਼ਨ ਵੇਲੇ ਜਿਹੜੇ ਡਾਕੂਮੈਂਟਸ ਜਿਨ੍ਹਾਂ ਦੇ ਸਾਰੇ ਇਹ ਬਟਵਾਰਾ ਹੋਇਆ ਸੀਗਾ ਉਹ ਡਾਕੂਮੈਂਟਸ ਵੀ ਸਾਡੇ ਕੋਲ ਨੇ। ਅਸੀਂ ਉਹਨਾਂ ਨੂੰ ਇੱਕ ਕਮਰਾ ਲਿਖ ਕਰਕੇ ਦਿੱਤਾ ਸੀ ਜਿਹੜਾ ਉਹਨਾਂ ਡਾਕੂਮੈਂਟਸ ਵਿੱਚ ਹਰਿਆਣੇ ਨੂੰ ਦਿੱਤਾ ਗਿਆ ਹੈਗਾ ਉਹ ਅੱਜ ਵੀ ਪੰਜਾਬ ਦੇ ਕਬਜ਼ੇ ਦੇ ਵਿੱਚ ਹੈਗਾ। ਜਿੱਥੇ ਤੱਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਮੈਂ ਸੁਣਿਆ ਉਹ ਕਹਿ ਰਹੇ ਕਿ ਪੰਜਾਬ ਅਤੇ ਹਰਿਆਣਾ ਦੇ ਅਫਸਰਾਂ ਦੀ ਮਿਲ ਕੇ ਜੁਆਇੰਟ ਕੋਈ ਮੀਟਿੰਗ ਹੋਈ। ਅੱਜ ਤੱਕ ਉਸ ਮੀਟਿੰਗ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਰਿਕੁਐਸਟ ਕਰਨ ਗਿਆ ਸੀ ਉਹਨਾਂ ਨੇ ਉਸ ਵੇਲੇ ਇਹ ਕਿਹਾ ਸੀਗਾ ਕਿ ਪੰਜਾਬ ਦੇ ਅਤੇ ਸਾਡੇ ਹਰਿਆਣੇ ਦੇ ਸੈਕਟਰੀ ਜਿਹੜੇ ਹੈਗੇ ਜਾਂ ਹੋਰ ਸਟਾਫ ਮਿਲ ਕੇ ਇਸ ਦੇ ਉੱਤੇ ਗੱਲਬਾਤ ਕਰਨਗੇ ਔਰ ਜ਼ਰੂਰਤ ਹੋਏਗੀ ਤਾਂ ਇਹਦੀ ਪੈਮਾਇਸ਼ ਵੀ ਕਰਨਗੇ। ਲੇਕਿਨ ਉਸ ਤੋਂ ਬਾਅਦ ਵੀ ਅਸੀਂ 2 ਵਾਰ ਉਹਨਾਂ ਨੂੰ ਲੈਟਰ ਵੀ ਲਿਖ ਚੁੱਕੇ ਹਾਂ, ਪਰਸਨਲ ਫੋਨ ਵੀ ਕਰ ਚੁੱਕੇ ਹਾਂ, ਇੱਕ ਵਾਰ ਵੀ ਉਹਨਾਂ ਨੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ। ਉਹ ਪਤਾ ਨਹੀਂ ਕਿਸ ਤਰ੍ਹਾਂ ਕਹਿ ਰਹੇ ਹੈ ਕਿ ਸਾਡੀ ਮੀਟਿੰਗ ਹੋਈ, ਸਾਨੂੰ ਤਾਂ ਉਹਦੇ ਵਿੱਚ ਹਰਿਆਣਾ ਤਾਂ ਸ਼ਾਮਿਲ ਨਹੀਂ ਸੀਗਾ, ਬਾਕੀ ਕਿਹਨੇ ਨਾਲ ਮੀਟਿੰਗ ਹੋਈ ਉਹਨਾਂ ਦੀ ਮੈਨੂੰ ਨਹੀਂ ਪਤਾ ਹੈ। ਸਾਹਿਬ ਉਹ ਇਹ ਵੀ ਕਹਿੰਦੇ ਨੇ ਕਿ ਮੈਜਰਮੈਂਟ ਵੀ ਆਪਾਂ ਕਰਾ ਲਈ, 1 ਇੰਚ ਵੀ ਸਾਡੇ ਕੋਲ ਨਹੀਂ ਹੈ। ਮੇਜਰਮੈਂਟ ਹੁਣ ਉਹਨਾਂ ਨੇ ਘਰ 'ਚ ਕੀ ਕਰਾਈ ਹੈਗੀ ਸਾਨੂੰ ਤਾਂ ਪਤਾ ਨਹੀਂ। ਅਗਰ ਮੇਜਰਮੈਂਟ ਨਹੀਂ ਸੀ ਸਾਡਾ ਬੰਦਾ ਸਾਡੀ ਸਰਕਾਰ ਦੇ ਸਾਡੇ ਜਿਹੜੇ ਵਿਧਾਨ ਸਭਾ ਦੇ ਅਧਿਕਾਰੀ ਨਾਲ ਹੁੰਦੇ ਤਾਂ ਮੈਂ ਸਮਝਦਾ ਬਹੁਤ ਅੱਛਾ, ਜਿਹੜਾ ਕਿ ਉਹਨਾਂ ਨੇ ਵਾਅਦਾ ਕੀਤਾ ਸੀਗਾ ਉਸ ਵਾਅਦੇ ਦੇ ਮੁਤਾਬਕ ਸਾਨੂੰ ਬੁਲਾਉਣਾ ਚਾਹੀਦਾ ਸੀਗਾ, ਲੇਕਿਨ ਉਹਨਾਂ ਨੇ ਸਾਨੂੰ ਤਾਂ ਬੁਲਾਇਆ ਨਹੀਂ ਹੈਗਾ। ਹੁਣ ਆਪਣੇ ਘਰ 'ਚ ਕੀ ਮੈਜਰਮੈਂਟ ਕੀਤੀ ਹੈ ਮੈਨੂੰ ਤਾਂ ਉਹਨਾਂ ਦਾ ਪਤਾ ਨਹੀਂ ਹੈ। ਕਿਉਂ ਉਹ ਗੱਲ ਕਹਿ ਰਹੇ ਨੇ ਕਿ ਆਪਾਂ ਮੇਜਰਮੈਂਟ ਕਰਾ ਲਈ, ਸਾਡੇ ਕੋਲ 1 ਵੀ ਇੰਚ ਨਹੀਂ ਹੈ? ਉਹ ਜਿਹੜਾ ਹੈਗਾ ਨਾ ਉਹਨੇ ਆਪਣੇ ਆਪ ਕਰਾ ਲਈ, ਜਦ ਕਿ ਗੱਲ ਤਾਂ ਇਹ ਹੋਈ ਸੀ ਕਿ ਬੈਠ ਕੇ ਗੱਲ ਹੋਈ ਸੀ ਕਿ ਤੁਹਾਡੇ ਸੈਕਟਰੀ ਔਰ ਸਾਡੇ ਸੈਕਟਰੀ ਬੈਠ ਕੇ ਸਾਰੀ ਗੱਲਬਾਤ ਕਰ ਲੈਣਗੇ ਔਰ ਉਸ ਤੋਂ ਬਾਅਦ ਪੈਮਾਇਸ਼ ਦੀ ਜ਼ਰੂਰਤ ਹੋਏਗੀ ਪੈਮਾਇਸ਼ ਵੀ ਕਰਾ ਲੈਣਗੇ। ਪਰ ਸਾਡੇ ਨਾਲ ਅੱਜ ਤੱਕ ਵੀ ਬਾਰ-ਬਾਰ ਸਾਡੇ ਸੁਨੇਹਾ ਦੇਣ ਤੋਂ ਬਾਅਦ ਵੀ ਇੱਕ ਵਾਰ ਵੀ ਉਹਨਾਂ ਨੇ ਸਾਨੂੰ ਸੱਦਿਆ ਨਹੀਂ ਹੈਗਾ। ਗੁਪਤਾ ਜੀ, ਕਿੰਨੇ ਕਮਰੇ ਨੇ, ਕਿੰਨਾ ਕੁ ਰੇਸ਼ੋ ਹਜੇ ਇਹੋ ਜਿਹੀ ਹੈ ਜਿਹੜੀ ਪੰਜਾਬ ਦੇ ਕੋਲ ਹੈ ਜਿਸ ਤੇ ਹਰਿਆਣੇ ਦਾ ਹੱਕ ਬਣਦਾ? ਦੇਖੋ ਗੱਲ ਇਹ ਵੀ ਸਾਨੂੰ 40% ਹਿੱਸਾ ਮਿਲਿਆ ਸੀਗਾ, ਉਹਦੇ 'ਚ ਫਿਲਹਾਲ ਸਾਰਾ ਕੈਲਕੂਲੇਟ ਕਰਨ ਤੋਂ ਬਾਅਦ ਸਾਡੇ ਕੋਲ 27% ਹਿੱਸਾ 27% ਜਿਹੜਾ ਹੈਗਾ ਉਹ ਹਰਿਆਣੇ ਦੇ ਕੋਲ ਹੈ। ਅੱਜ ਜਿਹੜਾ ਉਹ ਇੱਕ ਗੱਲ ਕਹਿ ਰਹੇ ਕਿ ਇੰਨੀ ਦੇਰ ਬਾਅਦ ਬੋਲੇ ਹੈ, ਕਾਫੀ ਦੇਰ ਬਾਅਦ ਉਹਨਾਂ ਨੂੰ ਜਾਗ ਖੁੱਲ੍ਹੀ ਹੈ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਹਰਿਆਣਾ ਬਣਾ ਸੀਗਾ ਉਸ ਵੇਲੇ 54 MLA ਸੀ ਸਾਡੇ ਸਾਰੇ ਹਰਿਆਣੇ ਦੇ ਵਿੱਚ, ਅੱਜ 90 MLA ਹੈਗੇ ਆ, 125 ਉਸ ਵੇਲੇ ਸਟਾਫ ਸੀਗਾ, ਹੁਣ ਸਾਡੇ ਕੋਲ 350 ਤੋਂ ਜ਼ਿਆਦਾ ਸਟਾਫ ਹੈ।
ਅੱਜ ਸਾਨੂੰ ਉਸ ਚੀਜ਼ ਦੀ ਕਮੀ ਮਹਿਸੂਸ ਹੋਈ, ਜ਼ਰੂਰਤ ਮਹਿਸੂਸ ਹੋਈ। ਅਸੀਂ ਆਪਣਾ ਰਿਕਾਰਡ ਦੇਖਿਆ ਤੇ ਦੇਖਿਆ ਕਿ ਸਾਡੇ ਬਹੁਤ ਸਾਰਾ ਜਿਹੜੇ ਕਮਰੇ ਹੈ, ਈਵਨ ਕਮਰਿਆਂ ਦੇ ਨੰਬਰ ਵੀ ਅਸੀਂ ਉਹਨਾਂ ਨੂੰ ਲਿਖ ਕੇ ਦਿੱਤੇ ਹੈ ਕਿ ਇਹ ਕਮਰੇ ਜਿਹੜੇ ਹੈਗੇ ਇਹ ਸਾਨੂੰ ਅਲਾਟ ਹੋਏ ਹੈ ਡਾਕੂਮੈਂਟਸ ਦੇ ਵਿੱਚ। ਉਹ ਡਾਕੂਮੈਂਟਸ ਵੀ ਸਾਡੇ ਕੋਲ, ਜਿਹੜੀ ਮੀਟਿੰਗ ਹੋਈ ਹੈ ਪਾਰਟੀਸ਼ਨ ਦੀ, ਉਸ ਦੇ ਡਾਕੂਮੈਂਟਸ, ਉਹਦੀ ਜਿਹੜੀ ਪ੍ਰੋਸੀਡਿੰਗ ਹੈ ਉਹ ਸਾਡੇ ਕੋਲ ਹੈਗੀ ਹੈ ਸਾਰੀ। ਉਹ ਕਹਿਣਗੇ ਤਾਂ ਅਸੀਂ ਉਹਨਾਂ ਨੂੰ ਦਿਖਾ ਵੀ ਦਿਆਂਗੇ, ਤੇ ਅਸੀਂ ਵੈਸੇ ਜਿਹੜਾ ਉਹਨਾਂ ਨੂੰ ਲਿਖ ਕੇ ਭੇਜਿਆ ਸੀ ਉਹਦੇ ਸਾਰੇ ਡਿਟੇਲ ਭੇਜੀ ਸੀ। ਲੇਕਿਨ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੇ ਕੋਲ ਉਹ ਡਿਟੇਲ ਹੁਣ ਦੁਬਾਰਾ ਮੰਗਣਗੇ, ਕਿਉਂਕਿ ਡਿਨਾਈ ਕਰਕੇ ਕਿ ਤੁਹਾਡਾ ਤਾਂ ਹਿੱਸਾ ਹੀ ਨਹੀਂ ਸਾਡੇ ਕੋਲ? ਨਹੀਂ, ਦੇਖੋ ਗੱਲ ਇਹ ਹੈ ਵੀ ਹੁਣ ਇਹ ਤਾਂ ਇੱਕ ਧੱਕਾ ਹੈਗਾ। ਮੈਂ ਸਮਝਦਾ ਕਿ ਜਦੋਂ ਆਪਾਂ ਇੱਕ ਗੱਲ ਕਰਦੇ ਹਾਂ ਉਸ 'ਤੇ ਸਾਨੂੰ ਪੂਰਾ ਉਤਰਨਾ ਚਾਹੀਦਾ। ਆਪਾਂ ਇੱਕ ਗੱਲ ਕੀਤੀ ਕਿ ਆਮਣੇ ਸਾਹਮਣੇ ਟੇਬਲ 'ਤੇ ਬੈਠ ਕੇ ਗੱਲ ਕਰਾਂਗੇ, ਹੁਣ ਗੱਲ ਤਾਂ ਹੋਈ ਨਹੀਂ। ਉਹ ਗੱਲ ਹੋਣ ਤੋਂ ਬਾਅਦ ਬਿਨਾਂ ਹੀ ਗੱਲ ਹੋਏ ਤੋਂ ਕਹਿ ਰਹੇ ਕਿ ਗੱਲ ਹੋ ਗਈ। ਇਹ ਤਾਂ ਮੈਨੂੰ ਨਹੀਂ ਸਮਝ ਆਈ ਵੀ ਕੀ ਗੱਲ ਹੈਗੀ ਇਹ। ਜੀ ਹੁਣ ਹਰਿਆਣਾ ਕੋਲ ਕੀ ਆਪਸ਼ਨ ਹੈ? ਦੇਖੋ ਸਾਰੇ ਆਪਸ਼ਨ ਸਾਡੇ ਕੋਲ ਖੁੱਲ੍ਹੇ ਹੈ। ਅਸੀਂ ਲੀਗਲ ਓਪੀਨੀਅਨ ਵੀ ਲਵਾਂਗੇ, ਅਸੀਂ ਆਪਣੀ ਅਸੈਂਬਲੀ ਦੇ ਵਿੱਚ ਵੀ ਇਹ ਮਤਾ ਲੈ ਕੇ ਆਵਾਂਗੇ ਕਿ ਅਸੈਂਬਲੀ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ, ਕਿ ਵੀ ਸਾਡਾ ਇਹ ਅੱਜ ਸਾਡੀ ਸ਼ਾਰਟੇਜ ਹੈ, ਸਾਡੇ ਮੰਤਰੀਆਂ ਕੋਲ ਬੈਠਣ ਵਾਸਤੇ ਜਗ੍ਹਾ ਨਹੀਂ ਹੈਗੀ ਹੈ। ਔਰ ਜ਼ਰੂਰਤ ਪਈ ਤਾਂ ਜਿਹੜੇ ਆਪਣੇ ਐਡਮਿਨਿਸਟ੍ਰੇਟਰ ਨੇ ਚੰਡੀਗੜ੍ਹ ਦੇ, ਜਿਹੜੇ ਪ੍ਰੋਪਰਟੀ ਦੀ ਦੇਖ ਰੇਖ ਕਰਦੇ ਆ, ਉਹਨਾਂ ਨੂੰ ਵੀ ਮਿਲਾਂਗੇ। ਔਰ ਅਗਰ ਜ਼ਰੂਰਤ ਹੋਈ ਤਾਂ ਅਮਿਤ ਸ਼ਾਹ ਜੀ ਜਿਹੜੇ ਸਾਡੇ ਹੋਮ ਮਿਨਿਸਟਰ ਨੇ, ਜਿਹੜੇ ਸਾਰਾ ਕੁਛ ਦੇਖਦੇ ਨੇ, ਆਦਰਨੀ ਮੁੱਖ ਮੰਤਰੀ ਜੀ ਦੇ ਨਾਲ ਮਿਲ ਕੇ ਅਸੀਂ ਉਹਨਾਂ ਨੂੰ ਵੀ ਮਿਲਾਂਗੇ। ਲੇਕਿਨ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਹੈ। ਯਾਨੀ ਸਿੱਧੇ ਤੌਰ ਤੇ ਹੱਕਾਂ ਦੀ ਲੜਾਈ ਜਿਹੜੀ ਹੈ ਉਹ ਹੁਣ ਸ਼ੁਰੂ ਹੋ ਚੁੱਕੀ ਹੈ। ਹੱਕ ਲੈ ਕੇ ਰਵਾਂਗੇ, ਪਿੱਛੇ ਨਹੀਂ ਹਟਾਂਗੇ। ਨਹੀਂ, ਪਿੱਛੇ ਹਟਣ ਦਾ ਸਵਾਲ ਹੀ ਨਹੀਂ। ਜੋ ਸਾਨੂੰ ਡਿਵੀਜ਼ਨ ਦੇ ਵਿੱਚ ਮਿਲਿਆ ਹੈ, ਜਿਹੜਾ ਸਾਡਾ ਹੈਗਾ, ਅਸੀਂ ਕੋਈ ਹੋਰ ਤਾਂ ਮੰਗਦੇ ਨਹੀਂ। ਜਿਹੜਾ ਸਾਡਾ ਹੈਗਾ ਸਾਨੂੰ ਉਹੀ ਮਿਲਣਾ ਚਾਹੀਦਾ ਹੈਗਾ। ਅਸੀਂ ਅਕਸਰ ਵੇਖਣ ਨੂੰ ਮਿਲਦਾ ਜਦੋਂ ਵੀ ਹਰਿਆਣਾ ਔਰ ਪੰਜਾਬ ਦੀ ਗੱਲ ਹੁੰਦੀ ਹੈ ਔਰ ਕਿਸੇ ਮੁੱਦੇ ਦੀ ਗੱਲ ਹੁੰਦੀ ਹੈ, ਚਾਹੇ ਚੰਡੀਗੜ੍ਹ ਦੀ ਗੱਲ ਕਰੀਏ, ਚਾਹੇ SYL ਦੀ ਗੱਲ ਕਰੀਏ, ਚਾਹੇ ਹੁਣ ਵਿਧਾਨ ਸਭਾ ਦੀ ਗੱਲ ਕਰੀਏ, ਜਾਂ ਫਿਰ ਨੌਕਰੀਆਂ ਦੇ ਵਿੱਚ ਜਿਹੜੀ ਰੇਸ਼ੋ ਉਸ ਦੀ ਗੱਲ ਕਰੀਏ, ਕਦੇ ਵੀ ਪੰਜਾਬ ਨੇ ਇਹ ਨਹੀਂ ਕਿਹਾ ਕਿ ਹਾਂ ਸਾਡਾ ਕੋਲ ਬਣਦਾ ਜਿਹੜਾ ਹੱਕ ਹੈ ਉਹ ਹਰਿਆਣਾ ਦਾ ਪਿਆ। ਉਹ ਸਿੱਧਾ ਕਹਿੰਦੇ ਆਪਾਂ ਸਭ ਕੁਝ ਦੇ ਦਿੱਤਾ, ਹੁਣ ਸਾਡੇ ਕੋਲ ਕੁਝ ਨਹੀਂ, ਆਪਾਂ ਕੁਝ ਨਹੀਂ ਦੇ ਸਕਦੇ। ਇੱਕ ਕਿਸਮ ਦਾ ਇੱਕ ਸਿੱਧਾ ਇਨਕਾਰ ਕਰਨ ਵਾਲੀ ਗੱਲ ਹੈ ਕਿ ਜੋ ਸਾਡਾ ਕਬਜ਼ਾ ਹੋ ਗਿਆ ਉਹ ਸਾਡਾ ਹੀ ਹੈਗਾ। ਪਰ ਲੇਕਿਨ ਵੈਸੇ ਤਾਂ ਉਹ ਸਾਡੇ ਵੱਡੇ ਭਰਾ ਹੈਗੇ ਆ, ਉਹਨਾਂ ਨੂੰ ਛੋਟੇ ਭਰਾ ਦੀ ਜ਼ਰੂਰਤਾਂ ਦਾ, ਉਹਨਾਂ ਦੀ ਜਿਹੜੀ ਮੁਸ਼ਕਿਲਾਂ ਦਾ ਖਿਆਲ ਰੱਖਣਾ ਇਹ ਵੱਡੇ ਭਰਾ ਦਾ ਕੰਮ ਹੁੰਦਾ। ਮੈਂ ਉਮੀਦ ਹੈ ਮੈਨੂੰ ਕਿ ਉਹ ਵੱਡਾ ਭਰਾ ਸਾਡੇ। ਲੇਕਿਨ ਉਹ ਵੱਡਾ ਭਰਾ ਤੇ ਕਹਿ ਰਿਹਾ ਵੀ ਮੇਰਾ ਘਰ ਅਗਰ ਵੱਡਾ ਹੈ ਨਾ ਤੇ ਫਿਰ ਹਰਿਆਣਾ ਮੈਨੂੰ ਵਧਾਈ ਦੇ, ਮੇਰੇ ਤੋਂ ਜਲੇ ਨਾ। ਨਹੀਂ, ਜਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸਾਨੂੰ ਤਾਂ ਬੜੀ ਖੁਸ਼ੀ ਹੈ, ਅਸੀਂ ਖੁਸ਼ੀ ਉਹਨਾਂ ਨੂੰ 60% ਦਿੱਤਾ ਹੈ। ਪਰ 60% ਦੇ ਲੈ ਕੇ 73% ਨਾ ਲੈਣ, 60% ਤੱਕ ਰੱਖਣ, ਸਾਡਾ 40% ਸਾਨੂੰ ਦੇ ਦੇਣ। ਹੋਰ ਸਵਾਲ ਹੈ, ਕਿਉਂਕਿ ਕੋਵਿਡ-19 ਦੀ ਮਹਾਮਾਰੀ ਇਸ ਵਕਤ ਪੂਰੇ ਦੇਸ਼ ਦੇ ਵਿੱਚ ਫੈਲੀ ਹੋਈ ਹੈ, ਪੂਰੇ ਵਿਸ਼ਵ ਦੇ ਵਿੱਚ ਹੀ ਫੈਲੀ ਹੋਈ ਹੈ। ਇਸ ਵਿਚਕਾਰ ਹਰਿਆਣਾ ਮਾਨਸੂਨ ਸੈਸ਼ਨ ਵੀ ਆਉਣ ਵਾਲਾ ਹੈ, ਤੇ ਉਸ ਨੂੰ ਲੈ ਕੇ ਕੀ ਕੁਝ ਤਿਆਰੀਆਂ? ਕਿ ਸੈਸ਼ਨ ਜਿਹੜਾ ਤੈਅ ਸਮਾਂ 'ਤੇ ਹੋਏਗਾ ਜਾਂ ਉਸ ਨੂੰ ਡਿਲੇ ਕੀਤਾ ਜਾਏਗਾ? ਇਸ ਨੂੰ ਲੈ ਕੇ ਹਜੇ ਕੋਈ ਵੀ ਸਰਕਾਰ ਨਾਲ ਵਿਚਾਰ ਵਟਾਂਦਰਾ ਹੋਇਆ? ਦੇਖੋ, ਇਸ ਬਾਰੇ 'ਚ ਹਾਲੇ ਤੱਕ ਸਰਕਾਰ ਨਾਲ ਕੋਈ ਗੱਲਬਾਤ, ਕੋਈ ਵਿਚਾਰ ਵਿਮਰਸ਼ ਨਹੀਂ ਹੋਇਆ, ਕਿਉਂਕਿ ਹਾਲੇ ਬਹੁਤ ਸਮਾਂ, 3 ਮਹੀਨੇ ਪਏ ਹੈ। 3 ਮਹੀਨੇ ਦੇ ਵਿੱਚ ਮੈਂ ਤਾਂ ਭਗਵਾਨ ਨੂੰ ਬੇਨਤੀ ਕਰਾਂਗਾ ਕਿ ਇਹ ਕੋਵਿਡ ਹੀ ਚਲਾ ਜਾਵੇ ਔਰ ਸਾਡਾ ਸੈਸ਼ਨ ਜਿਹੜਾ ਹੈਗਾ, ਜਿਵੇਂ ਮੌਨਸੂਨ ਸੈਸ਼ਨ ਹੁੰਦੇ ਆ ਉਸੇ ਤਰੀਕੇ ਦੇ ਨਾਲ, ਠੀਕ ਢੰਗ ਦੇ ਨਾਲ ਸੈਸ਼ਨ ਹੋਵੇ। ਮੇਰੀ ਤਾਂ ਇਹ ਕਾਮਨਾ ਹੈ। ਪਰ ਅਗਰ ਇਹ ਕੌਨਸਟੀਟਿਊਸ਼ਨਲ ਰਿਕੁਆਇਰਮੈਂਟ ਹੋਈ, ਸਰਕਾਰ ਵੱਲੋਂ ਇਹ ਗੱਲ ਆਈ ਕਿ ਵੀ ਅਸੀਂ ਵਿਧਾਨ ਸਭਾ ਦਾ ਸੈਸ਼ਨ ਕਰਨਾ ਹੈ, ਤਾਂ ਅਸੀਂ ਉਹਦੇ ਵਾਸਤੇ ਤਿਆਰ ਹਾਂ। ਕਿਸ ਤਰ੍ਹਾਂ ਨਾਲ ਹੋਏਗਾ? ਕਿਆ ਪੂਰੀ ਇਹਤਿਆਤ ਇੱਥੇ ਵਰਤੀ ਜਾ ਸਕਦੀ ਹੈ? ਕਿਆ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾ ਸਕੇਗਾ? ਬਿਲਕੁਲ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਦੇ ਹੋਏ ਜਿਹੜੇ ਬਾਕੀ ਸਾਰੇ ਪੈਮਾਨੇ ਹੈ, ਚਾਹੇ ਉਹ ਮਾਸਕ ਹੈ, ਚਾਹੇ ਉਹ ਐਪ ਹੈਗੀ, ਆਰੋਗਯ ਸੇਤੂ ਐਪ ਹੈਗੀ ਹੈ, ਜਾਂ ਹੋਰ ਵੀ ਜਿਹੜੀ ਪ੍ਰੀਕਾਸ਼ਨ ਰੱਖਣ ਦੀ ਜ਼ਰੂਰਤ ਹੈ, ਉਹ ਰੱਖਦੇ ਹੋਏ ਬੜੇ ਅੱਛੇ ਢੰਗ ਦੇ ਨਾਲ ਅਸੀਂ ਸੈਸ਼ਨ ਕਰਵਾਵਾਂਗੇ। ਸਾਨੂੰ ਸਵਾਲ ਹੈ ਨਾ ਕਿ 90 ਵਿਧਾਇਕ ਜਦੋਂ ਆਉਂਦੇ ਨੇ ਤੇ ਇਕੱਲੇ ਵਿਧਾਇਕ ਨਹੀਂ ਆਉਂਦੇ, 90 ਵਿਧਾਇਕਾਂ ਦੇ ਨਾਲ ਉਹਨਾਂ ਦਾ ਸਟਾਫ ਵੀ ਆਉਂਦਾ ਹੈ, ਕੰਮ ਕਰਾਉਣ ਵਾਲੇ ਲੋਕ ਤੱਕ ਜਿਹੜੇ ਨੇ ਉਹ ਵੀ ਆ ਜਾਂਦੇ ਨੇ। ਔਰ ਜਦੋਂ ਕੋਈ ਸੈਸ਼ਨ ਹੁੰਦਾ ਤਾਂ ਫਿਰ ਕਰਮਚਾਰੀ ਵੀ ਸੜਕਾਂ 'ਤੇ ਹੀ ਨਜ਼ਰ ਆਉਂਦੇ ਨੇ, ਬਈ ਹਾਂ ਹੁਣ ਮੌਕਾ ਆ ਗਿਆ ਸਰਕਾਰ ਨੂੰ ਘੇਰਨ ਦਾ। ਨਹੀਂ, ਦੇਖੋ, ਮੈਂ ਇਹ ਕਹਿੰਦਾ ਕਿ ਸੈਸ਼ਨ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ, ਕਿ ਉਹਦੇ ਵਿੱਚ ਜਿਹੜੇ ਚੁਣੇ ਹੋਏ ਨੁਮਾਇੰਦੇ ਹੈ ਉਹ ਹੋਣੇ ਬਹੁਤ ਜ਼ਰੂਰੀ ਹੈ। ਔਰ ਉਹ 90 ਦੇ ਵਾਸਤੇ ਬੈਠਣ ਦੀ ਜਿਹੜੀ ਵਿਵਸਥਾ, ਸੋਸ਼ਲ ਡਿਸਟੈਂਸਿੰਗ ਨੂੰ ਖਿਆਲ ਰੱਖਦੇ ਹੋਏ ਉਹ ਕਰਨਾ ਸਾਡੀ ਜ਼ਿੰਮੇਵਾਰੀ ਹੈ। ਜਿਹੜਾ ਸਟਾਫ ਹੈ ਜਾਂ ਜਿਹੜੇ ਵਿਜ਼ਟਰ ਹੈਗੇ ਹੈ, ਉਹ ਕੋਈ ਸਾਡੇ ਵਾਸਤੇ ਮਤਲਬ
ਬਹੁਤ ਉਹਨਾਂ ਤੋਂ ਬਿਨਾਂ ਸੈਸ਼ਨ ਨਹੀਂ ਹੋ ਸਕਦਾ, ਇਹ ਕਹਿਣਾ ਠੀਕ ਨਹੀਂ ਹੈ। ਕਿਆ ਹਦਾਇਤਾਂ ਇਹੋ ਜਿਹੀ ਦਿੱਤੀਆਂ ਜਾਣਗੀਆਂ ਵਿਧਾਇਕਾਂ ਨੂੰ ਵੀ ਕਿ ਅਗਰ ਸੈਸ਼ਨ ਹੁੰਦਾ ਹੈ ਤੇ ਤੁਸੀਂ ਸਟਾਫ ਘੱਟ ਤੋਂ ਘੱਟ ਲੈ ਕੇ ਆਓ? ਬਿਲਕੁਲ, ਉਹ ਸਾਰੀ ਚੀਜ਼ਾਂ ਪ੍ਰੀਕਾਸ਼ਨ ਲਵਾਂਗੇ ਕਿ ਪੂਰੇ ਇਸ ਸੈਸ਼ਨ ਦੇ ਦੌਰਾਨ ਕੋਈ ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਹੈ ਉਹ ਡਿਸਟਰਬ ਨਾ ਹੋਵੇ। ਕੋਈ ਜਿਹੜੇ ਸਾਰੇ ਵੀ ਵਿਧਾਇਕ ਵੀ ਆਣ ਉਹ ਮਾਸਕ ਪਾ ਕੇ ਆਣ, ਅਤੇ ਦੂਜਾ ਜਿਹੜਾ ਗਲਵਜ਼ ਦਾ ਜਿੱਥੇ ਇਸਤੇਮਾਲ ਦੀ ਜ਼ਰੂਰਤ ਹੈ ਜਾਂ ਸਾਫ਼ ਸਫਾਈ ਦੀ ਜ਼ਰੂਰਤ ਹੈ ਉਹ ਪੂਰੀ ਕੀਤੀ ਜਾਏਗੀ। ਚਾਹੇ ਉਹ ਸੈਨੀਟਾਈਜੇਸ਼ਨ ਹੈਗੀ ਹੈ, ਅਸੈਂਬਲੀ ਦੀ ਸੈਨੀਟਾਈਜੇਸ਼ਨ ਕਰਨੀ ਹੈ, ਉਹ ਪੂਰਾ ਕਰਾ ਕੇ ਅਸੀਂ ਚੰਗੇ ਢੰਗ ਨਾਲ ਸੈਸ਼ਨ ਕਰਵਾਵਾਂਗੇ ਅਗਰ ਸਰਕਾਰ ਸਾਨੂੰ ਕਹੇਗੀ। ਬਿਲਕੁਲ, ਦੇਖੋ ਅਗਰ ਸਰਕਾਰ ਕਹਿੰਦੀ ਹੈ ਕਿ ਤੈਅ ਸਮਾਂ 'ਤੇ ਹੀ ਸੈਸ਼ਨ ਹੋਏ ਤੇ ਆਪਾਂ ਉਸ ਲਈ ਤਿਆਰ ਹਾਂ। ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਿਆ ਜਾਏਗਾ। ਨਾਲੋਂ ਨਾਲ ਸਿੱਧੇ ਤੌਰ 'ਤੇ ਜਿਹੜੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ, ਉਹਨਾਂ ਦਾ ਕਹਿਣਾ ਹੈ ਕਿ ਆਪਣੇ ਹੱਕ ਜਿਹੜੇ ਨੇ ਪੰਜਾਬ ਤੋਂ ਲੈ ਕੇ ਰਵਾਂਗੇ ਔਰ ਸਾਡੇ ਕੋਲ ਸਾਰੇ ਆਪਸ਼ਨ ਖੁੱਲ੍ਹੇ ਨੇ। ਜਿਸ ਤਰ੍ਹਾਂ ਨਾਲ ਅੱਜ ਪੰਜਾਬ ਨੇ ਡਿਨਾਈ ਕੀਤਾ, ਸਿੱਧੇ ਤੌਰ 'ਤੇ ਕਿਹਾ ਕਿ ਵਿਧਾਨ ਸਭਾ ਵਿੱਚ ਹਰਿਆਣਾ ਦਾ ਬਿਲਕੁਲ ਵੀ ਸ਼ੇਅਰ ਜਿਹੜਾ ਉਹ ਪੰਜਾਬ ਦੇ ਕੋਲ ਨਹੀਂ ਹੈ, ਲੇਕਿਨ ਹਜੇ ਵੀ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕਹਿੰਦੇ ਨਜ਼ਰ ਆ ਰਹੇ ਨੇ ਕਿ 13% ਹਿੱਸਾ ਜਿਹੜਾ ਪੰਜਾਬ ਦੇ ਕੋਲ ਹੈ ਸਾਡਾ। ਦੇਖਣ ਵਾਲੀ ਗੱਲ ਰਹੇਗੀ ਮੁੱਦਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਛ ਸਿਆਸਤ ਦੇ ਵਿੱਚ ਨਵੇਂ ਰੰਗ ਲੈ ਕੇ ਆਉਂਦਾ ਹੈ। ਕੈਮਰਾਮੈਨ ਬਲਜਿੰਦਰ ਸਿੰਘ ਦੇ ਨਾਲ ਵਿਨੀਤ ਕਪੂਰ, ANB ਨਿਊਜ਼, ਚੰਡੀਗੜ੍ਹ।